ਜਦੋਂ ਵੀ 6 ਜੂਨ ਦਾ ਦਿਨ ਆਉਂਦਾ ਹੈ, ਅੰਮ੍ਰਿਤਸਰ ਦੇ ਚੱਪੇ-ਚੱਪੇ ਤੇ ਪੁਲਿਸ ਦੀਆਂ ਟੁਕੜੀਆਂ ਤੈਨਾਤ ਕਰ ਦਿੱਤੀਆਂ ਜਾਂਦੀਆਂ ਨੇ। ਇਸ ਦੌਰਾਨ ਗਰਮਖਿਆਲੀ ਸਿੱਖ ਜਥੇਬੰਦੀਆਂ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਦਿੱਤੇ ਜਾਂਦੇ ਨੇ, ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰੀਕੇ ਨਾਲ ਮਾਹੌਲ ਨੂੰ ਖਰਾਬ ਨਹੀਂ ਕਰਨ ਦਿੱਤਾ ਜਾਂਦਾ। ਲੇਕਿਨ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ 'ਚ ਪੁਲਿਸ ਵੱਲ ਦੇਖ ਕੇ ਇੱਕ ਡਰ ਜ਼ਰੂਰ ਪੈਦਾ ਹੋ ਜਾਂਦਾ। ਇਸ ਵਾਰ ਵੀ 9 ਜੂਨ ਦਾ ਦਿਹਾੜਾ ਸਿੱਖ ਸੰਗਤਾਂ ਵੱਲੋਂ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮਨਾਉਣ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਦਲ ਖਾਲਸਾ ਵੱਲੋਂ ਹਰ ਸਾਲ 5 ਜੂਨ ਨੂੰ ਸ਼ਾਮ ਵੇਲੇ ਆਜ਼ਾਦੀ ਮਾਰਚ ਕੱਢਿਆ ਜਾਂਦਾ ਹੈ ਤੇ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਵਿੱਚ ਸ਼ਾਮਲ ਹੋਇਆ ਜਾਂਦਾ ਹੈ। ਇਸ ਵਾਰ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਾਪਰੇ ਸਾਕੇ ਨੂੰ 38 ਸਾਲ ਹੋ ਚੱਲੇ ਨੇ ਤੇ ਦਲ ਖਾਲਸਾ ਵੱਲੋਂ 5 ਜੂਨ ਨੂੰ ਨੋਵਲਟੀ ਚੌਂਕ ਭਾਈ ਵੀਰ ਸਿੰਘ ਹਾਲ ਤੋਂ ਇੱਕ ਆਜ਼ਾਦੀ ਮਾਰਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਤੋਂ ਬਾਅਦ ਅਸੀਂ ਪੂਰੇ ਅੰਮ੍ਰਿਤਸਰ ਨੂੰ ਅਪੀਲ ਕਰਾਂਗੇ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਰੱਖਿਆ ਜਾਵੇ। ਇਸ ਦੇ ਨਾਲ ਹੀ ਅੱਗੇ ਗੱਲਬਾਤ ਕਰਦਿਆਂ ਉਹ ਕਹਿੰਦੇ ਨੇ ਕਿ ਜੋ ਪਿਛਲੇ ਦਿਨੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰ ਸਿੱਖ ਨੂੰ ਧਿਆਨ ਰੱਖਣ ਦਾ ਬਿਆਨ ਦਿੱਤਾ ਗਿਆ ਸੀ, ਉਹਨਾਂ ਕਿਹਾ ਕਿ ਅਸੀਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਿਆਨ ਦੀ ਸ਼ਲਾਘਾ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਇਸ ਲਈ ਉਹਨਾਂ ਕਿਹਾ ਕਿ ਇੱਕ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਖੁਦ ਹਥਿਆਰ ਰੱਖਣ ਅਤੇ ਜਥੇਦਾਰ ਸਾਹਿਬ ਨੂੰ ਹਥਿਆਰ ਰੱਖਣ ਲਈ ਕਿਸੇ ਕੋਲੋਂ ਲਾਇਸੈਂਸ ਲੈਣ ਦੀ ਵੀ ਜ਼ਰੂਰਤ ਨਾ ਹੋਵੇ, ਕਿਉਂਕਿ ਇੱਕ ਤਖ਼ਤ ਦੇ ਜਥੇਦਾਰ ਕਿਸੇ ਦੂਸਰੇ ਤਖ਼ਤ ਕੋਲੋਂ ਲਾਇਸੈਂਸ ਨਹੀਂ ਮੰਗਦੇ। ਅਗਰ ਫਿਰ ਵੀ ਲਾਇਸੈਂਸ ਦੀ ਜ਼ਰੂਰਤ ਪੈਂਦੀ ਹੈ ਤੇ SGPC ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਲਾਇਸੈਂਸ ਦਿਵਾਵੇ। ਅਗਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਖੁਦ ਰਿਵਾਲਵਰ ਰੱਖਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਅਸੀਂ ਵੀ ਰਿਵਾਲਵਰ ਰੱਖਾਂਗੇ। ਇਸ ਦੇ ਨਾਲ ਹੀ ਉਹ ਕਹਿੰਦੇ ਨੇ ਕਿ ਪੰਜਾਬ ਦੇ ਉੱਘੇ ਗਾਇਕ ਸਿੱਧੂ ਮੂਸੇਵਾਲਾ ਦਾ ਜਿਸ ਤਰੀਕੇ ਨਾਲ ਕਤਲ ਹੋਇਆ ਹੈ, ਇਸ ਦਾ ਖੁਲਾਸਾ ਕਾਤਲਾਂ ਨੂੰ ਫੜਨ ਤੋਂ ਬਾਅਦ ਹੀ ਹੋਵੇਗਾ, ਲੇਕਿਨ ਪੰਜਾਬ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ ਜਿਸ ਤਰੀਕੇ ਨਾਲ ਪੰਜਾਬ 'ਚ ਗੈਂਗਸਟਰਾਂ ਵੱਲੋਂ ਕਤਲ ਕੀਤੇ ਜਾ ਰਹੇ ਨੇ। ਪੰਜਾਬ ਸਰਕਾਰ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਹੈ। ਅੱਜ ਦੀ ਪ੍ਰੈਸ ਕਾਨਫਰੰਸ ਘੱਲੂਘਾਰਾ ਜੂਨ 1984 ਦੇ ਸਬੰਧ ਵਿੱਚ ਜੋ ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਉਲੀਕੇ ਗਏ ਹਨ, ਉਹਨਾਂ ਪ੍ਰੋਗਰਾਮਾਂ ਦਾ ਐਲਾਨ ਕਰਨ ਸੰਬੰਧੀ ਸੱਦੀ ਗਈ ਹੈ। ਇਸ ਤੋਂ ਇਲਾਵਾ ਦੋ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਅੱਜ ਅਸੀਂ ਪ੍ਰੈਸ ਦੇ ਨਾਲ ਗੱਲਬਾਤ ਕਰਾਂਗੇ। ਜੂਨ 1984 ਦੇ ਘੱਲੂਘਾਰੇ ਨੂੰ 38 ਵਰ੍ਹੇ ਇਸ ਜੂਨ ਦੇ ਮਹੀਨੇ ਦੇ ਵਿੱਚ ਹੋ ਜਾਣੇ ਹਨ। ਉਸ ਘੱਲੂਘਾਰੇ ਦੀ ਚੀਸ, ਦਰਦ ਅਤੇ ਪੀੜ ਅੱਜ ਵੀ ਸਾਡੇ ਮਨਾਂ ਦੇ ਵਿੱਚ ਤਾਜ਼ਾ ਹੈ, ਸਜਰੀ ਹੈ। ਜਿਹੜੇ ਸਿੰਘ ਸਿੰਘਣੀਆਂ ਉਸ ਘੱਲੂਘਾਰੇ ਦੌਰਾਨ ਜੂਝ ਕੇ ਸ਼ਹੀਦ ਹੋਏ, ਉਹ ਸਾਡੇ ਹੀਰੋਜ਼ ਹਨ। ਜਿਹੜੇ ਨਿਹੱਥੇ ਸ਼ਰਧਾਲੂ ਉਸ ਘੱਲੂਘਾਰੇ ਦੌਰਾਨ ਭਾਰਤੀ ਫੌਜ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ ਅਤੇ ਜੋ ਲੁੱਟ ਖਸੁੱਟ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਕੀਤੀ, ਉਹ ਕਹਿਰ ਅੱਜ ਵੀ, ਉਹ ਮੰਜ਼ਰ ਅੱਜ ਵੀ ਸਾਡੇ ਨਜ਼ਰ ਦੇ ਵਿੱਚ ਸਾਹਮਣੇ ਹੈ। ਮੈਂ ਖੁਦ ਉਸ ਮੰਜ਼ਰ ਨੂੰ ਦੇਖਿਆ ਹੈ 1984 ਜੂਨ ਦੇ ਵਿੱਚ, ਜਿਸ ਤਰੀਕੇ ਦੇ ਨਾਲ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਢਾਇਆ ਗਿਆ। ਪਿਛਲੇ 38 ਵਰ੍ਹਿਆਂ ਤੋਂ ਖਾਲਸਾ ਪੰਥ ਇਸ ਦਿਨ ਨੂੰ ਓਬਜ਼ਰਵ ਮਨਾਉਂਦਾ ਆ ਰਿਹਾ ਹੈ। ਇਸ ਵਰ੍ਹੇ ਵੀ ਅਸੀਂ ਪ੍ਰੋਗਰਾਮ ਉਲੀਕੇ ਹਨ। 5 ਜੂਨ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਆਜ਼ਾਦੀ ਮਾਰਚ ਕੱਢਿਆ ਜਾਵੇਗਾ ਔਰ 6 ਜੂਨ ਨੂੰ ਸਵੇਰੇ ਅਕਾਲ ਤਖ਼ਤ ਸਾਹਿਬ ਤੇ ਇਕੱਤਰ ਹੋ ਕੇ ਖਾਲਸਾ ਪੰਥ ਦੇ ਦਿਨ ਮਨਾਏਗਾ ਅਤੇ ਉਸ ਦਿਨ ਅਸੀਂ ਅੰਮ੍ਰਿਤਸਰ ਬੰਦ ਦੀ ਕਾਲ ਦੇ ਰਹੇ ਹਾਂ। ਆਜ਼ਾਦੀ ਮਾਰਚ ਕਿਉਂ? ਜਿਹੜੇ ਸਿੰਘ ਸਿੰਘਣੀਆਂ ਦਰਬਾਰ ਸਾਹਿਬ ਦੇ ਲਈ ਜੂਝਦੇ, ਦਰਬਾਰ ਸਾਹਿਬ ਦੀ ਪਵਿੱਤਰਤਾ
ਨੂੰ ਕਾਇਮ ਰੱਖਦੇ ਹੋਏ ਸ਼ਹੀਦ ਹੋਏ। ਇਹ ਉਹਨਾਂ ਦਾ ਮਿਸ਼ਨ ਸੀ। ਅਸੀਂ ਉਹਨਾਂ ਦੇ ਮਿਸ਼ਨ ਨੂੰ, ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਤੇ ਖਾਲਿਸਤਾਨ ਦਾ ਜਿਹੜਾ ਸੰਘਰਸ਼ ਹੈ ਉਸ ਦੀ ਲਗਾਤਾਰਤਾ, ਨਿਰੰਤਰਤਾ ਨੂੰ ਬਣਾਈ ਰੱਖਣ ਲਈ ਆਜ਼ਾਦੀ ਮਾਰਚ ਕਰ ਰਹੇ ਹਾਂ। ਇਸ ਵਾਰ ਇਹ ਮਾਰਚ ਲਾਰੈਂਸ ਰੋਡ ਸਥਿਤ ਗੁਰਦੁਆਰਾ ਭਾਈ ਵੀਰ ਸਿੰਘ, ਜਿਹੜਾ ਭਾਈ ਵੀਰ ਸਿੰਘ ਸਦਨ ਦੇ ਨਾਲ ਹੈ, ਉਸ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਆਰੰਭ ਹੋਏਗਾ। ਨਾਵਲਟੀ ਚੌਂਕ, ਜਿਹੜੇ ਮਾਲ ਰੋਡ, ਉਸ ਤੋਂ ਬਾਅਦ ਕ੍ਰਿਸਟਲ ਚੌਂਕ, ਭੰਡਾਰੀ ਪੁਲ, ਹੌਲ ਬਾਜ਼ਾਰ ਅਤੇ ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਅਕਾਲ ਤਖਤ ਸਾਹਿਬ ਜਾ ਕੇ ਸੰਪੰਨ ਹੋਏਗਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ ਜੂਝਦੇ ਹੋਏ, ਉਹਨਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਸਾਡਾ ਧਾਰਮਿਕ ਫਰਜ਼ ਵੀ ਹੈ, ਜ਼ਿੰਮੇਵਾਰੀ ਵੀ ਹੈ, ਔਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ। 6 ਜੂਨ ਦਾ ਬੰਦ ਭਾਰਤ ਸਰਕਾਰ ਨੂੰ ਇੱਕ ਮੈਸੇਜ ਦੇਣ ਲਈ ਲੋਕਾਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਹੈ, ਤਾਂ ਕਿ ਇੰਡੀਅਨ ਸਟੇਟ ਨੂੰ ਇੱਕ ਮੈਸੇਜ ਚਲਾ ਜਾਏ ਕਿ ਜੋ ਕਾਰਾ 38 ਵਰ੍ਹੇ ਪਹਿਲਾਂ ਹੌਲਨਾਕ ਕਾਰਾ ਜਿਹੜਾ ਇੰਡੀਅਨ ਸਟੇਟ ਨੇ ਅੰਮ੍ਰਿਤਸਰ 'ਤੇ ਚੜ੍ਹ ਕੇ ਆ ਕੇ ਉਹਦੀਆਂ ਫੌਜਾਂ ਨੇ ਵਰਤਾਇਆ ਸੀ, ਉਹ ਨਾ ਅਸੀਂ ਭੁੱਲੇ ਹਾਂ ਅਤੇ ਨਾ ਅਸੀਂ ਸਟੇਟ ਨੂੰ ਮਾफ़ ਕੀਤਾ। ਸੋ ਸਾਡਾ ਜਿਹੜਾ ਸੰਘਰਸ਼ ਹੈ ਉਸ ਜੂਨ 1984 ਤੋਂ ਬਾਅਦ ਜਿਹੜਾ ਸ਼ੁਰੂ ਹੋਇਆ, ਜਿਹੜੀਆਂ ਸ਼ਹਾਦਤਾਂ ਹੋਈਆਂ, ਉਸ ਸ਼ਹਾਦਤਾਂ ਅਜਾਈਂ ਨਾ ਜਾਣ ਔਰ ਉਹ ਕੌਮ ਦੀ ਝੋਲੀ ਦੇ ਵਿੱਚ ਕੌਮ ਦੀ ਆਜ਼ਾਦੀ ਪਵੇ, ਇਸ ਮਕਸਦ ਤਹਿਤ ਸਾਡੇ ਇਹ ਪ੍ਰੋਗਰਾਮ 5 ਜੂਨ ਅਤੇ 6 ਜੂਨ ਨੂੰ ਅਸੀਂ ਲਗਾਤਾਰ ਪਿਛਲੇ 20 ਸਾਲ ਤੋਂ ਕਰਦੇ ਆ ਰਹੇ ਹਾਂ। ਇਸ ਪ੍ਰੋਗਰਾਮਾਂ ਦੀ ਲੜੀ ਦੇ ਵਿੱਚ ਸਾਡੇ ਸਹਿਯੋਗੀ ਜਥੇਬੰਦੀਆਂ ਸਿੱਖ ਫੈਡਰੇਸ਼ਨ UK ਲੰਡਨ ਦੇ ਵਿੱਚ ਬਹੁਤ ਵੱਡਾ ਮੁਜ਼ਾਹਰਾ ਕਰ ਰਹੇ ਹਨ, ਅਤੇ ਸਿੱਖ ਯੂਥ ਆਫ ਅਮਰੀਕਾ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਨੇ ਨਿਊਯਾਰਕ ਵਗੈਰਾ, ਉੱਥੇ ਵੀ ਇਹ ਇਸੇ ਤਰ੍ਹਾਂ ਮਾਰਚ ਕੱਢੇ ਜਾਣਗੇ, ਜਿਹੜੇ ਕਿ ਮਾਰਟੀਅਰਸ ਨੂੰ ਸ਼ਰਧਾਂਜਲੀ ਦੇਣ ਲਈ ਅਤੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਅਤੇ ਜਿਹੜੇ ਨਿਹੱਥੇ ਸ਼ਰਧਾਲੂ ਮਾਰੇ ਗਏ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਦੁਨੀਆ ਭਰ ਦੇ ਵਿੱਚ 5 ਅਤੇ 6 ਜੂਨ ਨੂੰ ਪ੍ਰੋਗਰਾਮ ਕੀਤੇ ਜਾ ਰਹੇ ਹਨ। ਪੰਜਾਬ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਵਾਰਿਸ ਪੰਜਾਬ ਦੇ ਜਥਾ ਸਿਰਲਤ ਖਾਲਸਾ, ਅਕਾਲ ਫੈਡਰੇਸ਼ਨ, ਅਕਾਲ ਸਟੂਡੈਂਟ ਫੈਡਰੇਸ਼ਨ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ, ਅਕਾਲੀ ਦਲ ਯੂਨਾਈਟਿਡ, ਇਹ ਸਾਰੀਆਂ ਸੰਸਥਾਵਾਂ ਨੇ ਸਾਨੂੰ ਇਸ ਮਾਰਚ ਦੇ ਵਿੱਚ ਸਹਿਯੋਗ ਅਤੇ ਸਮਰਥਨ ਦਿੱਤਾ ਹੈ। ਇਹਨਾਂ ਦੀ ਲੀਡਰਸ਼ਿਪ ਵੀ ਮਾਰਚ ਦੇ ਵਿੱਚ ਸ਼ਾਮਲ ਹੋਏਗੀ। ਦੂਸਰਾ ਮੁੱਦਾ ਜਿਹੜਾ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ 'ਚ ਰੱਖ ਰਹੇ ਹਾਂ, ਉਹ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ, ਜਿਹੜੇ ਕਾਰਜਕਾਰੀ ਜਥੇਦਾਰ ਹਨ ਅਕਾਲ ਤਖਤ ਸਾਹਿਬ ਦੇ। ਉਹਨਾਂ ਨੇ ਪਿਛਲੇ ਦਿਨੀ ਇੱਕ ਅਪੀਲ, ਨਸੀਹਤ ਸਿੱਖ ਨੌਜਵਾਨਾਂ ਨੂੰ ਦਿੱਤੀ ਸੀ ਕਿ ਉਹ ਲਾਇਸੈਂਸਡ ਆਰਮ ਆਪਣੇ ਕੋਲ ਰੱਖਣ। ਪਹਿਲੀ ਗੱਲ ਹੈ ਕਿ ਉਸ ਜਥੇਦਾਰ ਦੀ ਉਸ ਅਪੀਲ 'ਤੇ ਬਹੁਤ ਵਾਵੇਲਾ ਉਠਾਇਆ ਗਿਆ, ਜਿਹੜਾ ਬਿਲਕੁਲ ਹੀ ਗਲਤ ਸੀ, ਨਿਰਮੂਲ ਸੀ। ਜਥੇਦਾਰ ਦਾ ਉਹ ਬਿਆਨ ਉਹਦੇ ਅਸਲੀ ਕੰਟੈਕਸਟ ਤੋਂ ਤੋੜ ਕੇ ਦੇਖਿਆ ਗਿਆ। ਜਥੇਦਾਰ ਨੇ ਜਿਸ ਓਕੇਜ਼ਨ 'ਤੇ ਜਿਸ ਦਿਨ ਉਹ ਬਿਆਨ ਦਿੱਤਾ, ਉਸ ਕੰਟੈਕਸਟ ਵਿੱਚ ਅਗਰ ਦੇਖਿਆ ਜਾਵੇ ਤਾਂ ਉਹ ਸਿੱਖ ਰਵਾਇਤਾਂ ਦੀ ਤਰਜਮਾਨੀ ਕਰ ਰਹੇ ਸੀ। ਜੋ ਸਿੱਖ ਟ੍ਰੈਡੀਸ਼ਨਸ ਨੇ, ਸਿੱਖ ਪ੍ਰਿੰਸੀਪਲਸ ਨੇ, ਉਹਨਾਂ ਦੀ ਤਰਜਮਾਨੀ ਕਰਦੇ ਹੋਏ ਉਹਨਾਂ ਨੇ ਆਪਣਾ ਬਿਆਨ ਦਿੱਤਾ। ਬਹੁਤ ਕੁਝ ਕਿਹਾ ਗਿਆ, ਹੁਣ ਗੱਲ ਪੁਰਾਣੀ ਹੋ ਗਈ ਹੈ। ਮੀਡੀਆ ਨੇ ਬਹੁਤ ਕੁਝ ਦੋਨਾਂ ਪਾਸਿਓਂ ਲਾਇਆ। ਜਿਨ੍ਹਾਂ ਨੇ ਡਿਫੈਂਡ ਕੀਤਾ ਸਿੱਖ ਆਰਗੇਨਾਈਜੇਸ਼ਨਸ ਨੇ, ਉਹਨਾਂ ਦੀ ਵੀ ਗੱਲ ਆਈ। ਜਿਨ੍ਹਾਂ ਨੇ ਕ੍ਰਿਟੀਸਾਈਜ਼ ਕੀਤਾ, ਸਪੈਸ਼ਲੀ ਪੰਜਾਬ CM ਨੇ, ਉਹਨਾਂ ਨੇ ਵੀ ਆਪਣਾ ਜਿਹੜਾ ਪੱਖ ਰੱਖਿਆ। ਪਰ
ਜਿਨ੍ਹਾਂ ਨੇ ਵੀ ਉਹਨੂੰ ਕ੍ਰਿਟੀਸਾਈਜ਼ ਕੀਤਾ ਉਹਨਾਂ ਦੇ ਕੋਲ ਕ੍ਰਿਟੀਸਾਈਜ਼ ਕਰਨ ਦੀ ਕੋਈ ਜਸਟੀਫਿਕੇਸ਼ਨ ਨਹੀਂ ਸੀ ਹੈਗੀ। ਉਹਨਾਂ ਨੇ ਆਊਟ ਆਫ ਕੰਟੈਕਸਟ ਜਾ ਕੇ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ। ਅਸੀਂ ਇਹ ਸਮਝਦੇ ਹਾਂ ਕਿ ਬਿਨਾਂ ਵਜ੍ਹਾ ਤੋਂ ਉਸ ਨੂੰ ਵਿਵਾਦਤ ਬਣਾਇਆ ਗਿਆ, ਉਸ ਨੂੰ ਸਹੀ ਸੰਦਰਭ ਵਿੱਚ ਨਹੀਂ ਦੇਖਿਆ ਗਿਆ। ਮੈਂ ਗੱਲ ਇਸ ਤੋਂ ਅੱਗੇ ਦੀ ਤੋਰਦਾ ਹਾਂ ਕਿਉਂਕਿ ਇਹ ਗੱਲ ਹੁਣ ਪੁਰਾਣੀ ਹੋ ਗਈ ਹੈ ਮੀਡੀਆ ਲਈ। ਗੱਲ ਇਹ ਹੈ ਕਿ ਜਥੇਦਾਰ ਸਾਹਿਬ ਦਾ ਬਿਆਨ ਸਿੱਖ ਰਵਾਇਤਾਂ ਅਨੁਸਾਰ ਕਰੈਕਟ ਸੀ। ਮੇਰੀ ਅਪੀਲ ਹੈ ਜਥੇਦਾਰ ਸਾਹਿਬ ਨੂੰ ਕਿ ਉਹ ਖੁਦ ਵੀ ਜਿਹੜਾ ਬਿਆਨ ਉਹਨਾਂ ਨੇ ਸਿੱਖ ਨੌਜਵਾਨਾਂ ਲਈ ਦਿੱਤਾ ਹੈ ਉਹ ਖੁਦ ਵੀ ਉਸ ਨੂੰ ਇੰਪਲੀਮੈਂਟ ਕਰਨ, ਲਾਗੂ ਕਰਨ। ਉਹ ਖੁਦ ਆਪ ਰਿਵਾਲਵਰ ਆਪਣੇ ਤਨ 'ਤੇ ਸਜਾਉਣ, ਪਾਉਣ, ਕਿਉਂਕਿ ਜਿਹੜਾ ਲੀਡਰ ਹੁੰਦਾ ਹੈ ਉਹ ਐਗਜ਼ੈਂਪਲ ਸੈੱਟ ਕਰਕੇ ਦੂਸਰਿਆਂ ਨੂੰ ਆਪਣੇ ਮਗਰ ਆਉਣ ਲਈ ਕਹਿੰਦਾ। ਅਤੇ ਮੈਂ ਇਹ ਵੀ ਨਾਲ ਕਹਿੰਦਾ ਕਿ ਜਥੇਦਾਰ ਸਾਹਿਬ ਨੂੰ ਲਾਇਸੈਂਸ ਅਪਲਾਈ ਕਰਨ ਦੀ ਕੋਈ ਲੋੜ ਨਹੀਂ ਹੈ, ਉਹਨਾਂ ਨੂੰ ਕਰਨਾ ਵੀ ਨਹੀਂ ਚਾਹੀਦਾ। ਇੱਕ ਤਖਤ ਦਾ ਜਥੇਦਾਰ ਦੂਜੇ ਤਖਤ ਕੋਲ ਲਾਇਸੈਂਸ ਦੀ ਮੰਗ ਨਹੀਂ ਕਰਦਾ। ਜਥੇਦਾਰ ਸਾਹਿਬ ਆਪ ਪਾਉਣ, ਜਿਸ ਤਰ੍ਹਾਂ ਕਿ ਅਨੰਦਪੁਰ ਸਾਹਿਬ ਦੇ ਜਥੇਦਾਰ ਨੇ ਕੱਲ੍ਹ ਆਪਣੀ ਤਸਵੀਰ ਵਾਇਰਲ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਪਾਇਆ ਹੋਇਆ। ਗਿਆਨੀ ਹਰਪ੍ਰੀਤ ਸਿੰਘ ਵੀ ਪਾਉਣ, ਅਸੀਂ ਵੀ ਸਾਰੇ ਪਾਵਾਂਗੇ, ਉਹ ਸ਼ੁਰੂਆਤ ਕਰਨ। ਲੋੜ ਹੈਗੀ ਹੈ, ਸਮਾਂ ਮੰਗ ਕਰਦਾ ਹੈ। ਅਗਰ ਉਹਨਾਂ ਨੇ ਸੇਫਰ ਸਾਈਡ 'ਤੇ ਰੱਖ ਕੇ ਗੱਲ ਕਰਨੀ ਹੈ ਤੇ ਜਿਹੜਾ ਉਹਨਾਂ ਦਾ ਵੈਪਨ ਹੋਵੇ, ਅਗਰ ਉਹ ਚਾਹੁਣ ਤਾਂ ਉਹਦਾ ਲਾਇਸੈਂਸ SGPC ਪ੍ਰੋਵਾਈਡ ਕਰਕੇ ਉਹਨਾਂ ਨੂੰ ਦੇਵੇ। ਪਰ ਉਹ ਜਥੇਦਾਰ ਸਾਹਿਬ ਆਪ ਨਾ ਮੰਗ ਕਰਨਗੇ, ਨਾ ਲਾਇਸੈਂਸਡ ਵੈਪਨ ਸਰਕਾਰ ਕੋਲੋਂ ਮੰਗਣਗੇ। ਉਹਨਾਂ ਦਾ ਜਿਹੜਾ ਵੈਪਨ ਹੈ ਉਹ SGPC ਉਹਨਾਂ ਨੂੰ ਪ੍ਰੋਵਾਈਡ ਕਰਕੇ ਦੇਵੇ। ਦੂਸਰੀ ਗੱਲ ਕਿ ਜਿਹੜੇ ਪਾਸੇ ਪੰਜਾਬ ਦੇ ਹਾਲਾਤ ਜਾ ਰਹੇ ਨੇ, ਕੱਲ੍ਹ ਪਰਸੋਂ ਇੱਕ ਸਿੰਗਰ ਦਾ ਅਸੈਸੀਨੇਸ਼ਨ ਹੋਇਆ। ਜਿੰਨੀ ਦੇਰ ਤੱਕ ਕਾਤਲ ਪਕੜੇ ਨਹੀਂ ਜਾਂਦੇ ਔਰ ਉਹਨਾਂ ਦਾ ਮੋਟਿਵ ਕਲੀਅਰ ਨਹੀਂ ਹੁੰਦਾ, ਉਨੀ ਦੇਰ ਤੱਕ ਕੋਈ ਵੀ ਗੱਲ ਪੁਖਤਾ ਤੌਰ 'ਤੇ ਨਹੀਂ ਕਹੀ ਜਾ ਸਕਦੀ ਹੁੰਦੀ। ਉਨੀ ਦੇਰ ਤੱਕ ਸਾਰੇ ਗੈਸ ਵਰਕ ਹੁੰਦੇ ਨੇ ਔਰ ਬਹੁਤ ਸਾਰੀਆਂ ਕਨਸਪੀਰੇਸੀ ਥਿਊਰੀਜ਼ ਜਿਹੜੀਆਂ ਉਹ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਨੇ ਟਾਈਮਿੰਗ ਨੂੰ ਲੈ ਕੇ। ਟਾਈਮਿੰਗ ਤੋਂ ਮੇਰਾ ਭਾਵ ਹੈ ਕਿ 2 ਦਿਨ ਪਹਿਲਾਂ ਸਿਕਿਉਰਿਟੀ ਨੂੰ ਡਾਊਨਸਾਈਜ਼ ਕੀਤਾ ਗਿਆ ਔਰ 2 ਦਿਨ ਬਾਅਦ ਉਹਦੇ 'ਤੇ ਅਟੈਕ ਹੋ ਰਿਹਾ। ਇਨਸਾਈਡਰ ਦਾ ਰੋਲ, ਕਿਉਂਕਿ ਇਨਸਾਈਡਰ ਦੇ ਰੋਲ ਤੋਂ ਬਿਨਾਂ ਇੰਨਾ ਵੱਡਾ ਆਪਰੇਸ਼ਨ ਪਲਾਨ ਨਹੀਂ ਹੁੰਦਾ। ਕਿਲਰਸ ਨੂੰ ਪਤਾ ਸੀ ਕਿ ਉਹ ਆਪਣੀ ਬੁਲਟ ਪ੍ਰੂਫ ਕਾਰ ਨਹੀਂ ਲੈ ਕੇ ਆ ਰਿਹਾ, ਯੂਨੀਫਾਰਮਡ ਜਿਹੜੇ ਉਹਦੇ ਕਮਾਂਡੋ ਸੀਗੇ ਉਹ ਘਰ ਨੇ। ਸੋ ਇਹ ਸਾਰਾ ਜਿਹੜਾ ਸਾਰੇ ਐਂਗਲ ਨੇ ਇਹ ਸਾਡੇ ਸਾਰਿਆਂ ਦੇ ਸਾਹਮਣੇ ਨੇ। ਲੇਕਿਨ ਕਨਸਪੀਰੇਸੀ ਐਂਗਲਸ ਵੈਸੇ ਵੀ ਜਿਹੜੀਆਂ ਥਿਊਰੀਜ਼ ਹੁੰਦੀਆਂ ਨੇ ਨਾ, ਇਹ ਮੀਡੀਆ ਲਈ ਤੇ ਸੁਣਨ ਲਈ ਬਹੁਤ ਇੰਟਰਸਟਿੰਗ ਹੁੰਦੀਆਂ, ਪਰ ਜਿੰਨੀ ਦੇਰ ਤੱਕ ਕਿਲਰਸ ਪਕੜੇ ਨਹੀਂ ਜਾਂਦੇ ਔਰ ਉਹਨਾਂ ਦਾ ਮੋਟਿਵ ਨਹੀਂ ਕਲੀਅਰ ਹੁੰਦਾ, ਉਨੀ ਦੇਰ ਤੱਕ ਕੋਈ ਗੱਲ ਫਾਈਨਲ ਨਹੀਂ ਕਹੀ ਜਾ ਸਕਦੀ। ਪਰ ਇੱਕ ਗੱਲ ਬੜੀ ਕਲੀਅਰ ਹੈ, ਜਿਸ ਲੈਵਲ 'ਤੇ ਓਪਰੇਟ ਕੀਤਾ ਗਿਆ, ਜਿਸ ਲੈਵਲ 'ਤੇ ਆਪਰੇਸ਼ਨ ਨੂੰ ਕੈਰੀ ਆਊਟ ਕੀਤਾ ਗਿਆ, ਪ੍ਰੋਫੈਸ਼ਨਲ ਹੈਂਡਸ ਮਗਰ ਨੇ। ਬੇਸ਼ੱਕ ਪ੍ਰੋਫੈਸ਼ਨਲ ਹੈਂਡਸ ਨੇ ਗੈਂਗਸਟਰਸ ਹੀ ਯੂਜ਼ ਕਿਉਂ ਨਾ ਕੀਤੇ ਹੋਣ, ਔਨ ਦਾ ਸਰਫੇਸ ਆਫ ਇਟ ਉੱਪਰੋਂ ਗੈਂਗਸਟਰ ਹੀ ਯੂਜ਼ ਹੋਏ ਹੋਣਗੇ, ਬਟ ਪਿੱਛੇ ਕੋਈ ਨਾ ਕੋਈ ਹੱਥ ਜ਼ਰੂਰ ਹੈ। ਇਹ ਜਿਹੜੀ ਇੰਡੀਕੇਸ਼ਨ ਨੇ ਇਹ ਟਾਈਮਿੰਗ ਵੀ ਦੱਸਦੀ ਹੈ ਤੇ ਉਹਨਾਂ ਦਾ ਆਪਰੇਸ਼ਨ ਮੋਡਸ ਓਪਰੈਂਡਾ ਵੀ ਦੱਸਦਾ ਹੈ। ਸੋ ਗਵਰਨਮੈਂਟ 'ਤੇ ਇੱਕ ਉਂਗਲ ਉੱਠੀ ਹੈ, ਗਵਰਨਮੈਂਟ ਦੇ ਫੇਲੀਅਰ ਦੀ। ਰਾਈਟ ਫਰੋਮ ਪਟਿਆਲਾ ਜਿਹੜੀ ਹਿੰਸਾ ਹੋਈ ਹੈ, ਜਿਹੜਾ ਫਿਆਸਕੋ ਹੋਇਆ, ਗਵਰਨਮੈਂਟ ਦੀ ਜਿਹੜੀ ਨਲਾਇਕੀ ਉੱਥੇ ਸਾਹਮਣੇ ਆਈ ਹੈ, ਗਵਰਨਮੈਂਟ ਦਾ ਜਿਹੜਾ ਫੇਲੀਅਰ ਪਟਿਆਲਾ ਵਾਇਲੈਂਸ ਦੇ ਵਿੱਚ ਸਾਹਮਣੇ ਆਇਆ,
ਉਸ ਦਿਨ ਤੋਂ ਲੈ ਕੇ ਮੂਸੇਵਾਲੇ ਦੇ ਮਰਡਰ ਤੱਕ ਗਵਰਨਮੈਂਟ ਅਟਰ ਫੇਲੀਅਰ ਹੈ।